ਹੈਲੋ एवरीवन ਹੈਲੋ एवरीवन ਅੱਜ ਆਪਾਂ ਕਰਾਂਗੇ ਸੈਂਪਲ ਪੇਪਰ 3 ਸੋ ਵੋਕੇਸ਼ਨਲ ਟੈਕਸੇਸ਼ਨ ਪ੍ਰੈਕਟਿਸ ਟ੍ਰੇਡ ਨਾਲ ਰਿਲੇਟਡ ਇਹ ਵੀਡੀਓ ਆ। ਸੋ ਇਹਦੇ ਵਿੱਚ ਆਪਾਂ ਸੈਂਪਲ ਪੇਪਰ ਕਰ ਰਹੇ ਹਾਂ। ਹੁਣ ਆਪਾਂ ਸੈਂਪਲ ਪੇਪਰ 3 ਕਰਾਂਗੇ। ਸੋ ਮੈਨੇਜਮੈਂਟ ਅਕਾਊਂਟਸ ਤੇ ਟੈਕਸ ਤੇ 15 ਕੁਐਸਚਨ ਇਹਦੇ 'ਚ। ਸੋ ਫਸਟ ਕੁਐਸਚਨ ਆ, ਪ੍ਰਬੰਧ ਦੇ ਕਿੰਨੇ ਪੱਧਰ ਹੁੰਦੇ ਆ? ਵਾਟ ਆਰ ਦਾ ਹਾਊ ਮੈਨੀ ਲੈਵਲਸ ਆਫ ਮੈਨੇਜਮੈਂਟ ਆਰ ਦੇਅਰ? 1 2 3 4। ਸੋ ਆਨਸਰ ਆ 3। ਸੋ 3। ਸੋ ਨੈਕਸਟ ਹੈਗਾ ਸੈਕਿੰਡ ਕੁਐਸਚਨ, ਪ੍ਰਬੰਧ ਦੇ ਉੱਚ ਪੱਧਰ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕੌਣ ਸ਼ਾਮਲ ਹੁੰਦਾ ਹੈ? ਹੂ ਇਜ਼ ਇਨਕਲੂਡਡ ਇਨ ਦਾ ਟੌਪ ਲੈਵਲ ਮੈਨੇਜਮੈਂਟ? ਫੋਰਮੈਨ, ਡਿਪਾਰਟਮੈਂਟਲ ਮੈਨੇਜਰ, ਮਾਲਕ ਅਤੇ ਨਿਰਦੇਸ਼ਕ, ਓਨਰ ਐਂਡ ਡਾਇਰੈਕਟਰ, ਉਪਰੋਕਤ ਸਾਰੇ। ਸੋ ਟੌਪ ਲੈਵਲ ਮੈਨੇਜਮੈਂਟ ਦੇ ਵਿੱਚ ਮਾਲਕ ਅਤੇ ਨਿਰਦੇਸ਼ਕ ਸ਼ਾਮਿਲ ਹੁੰਦੇ ਆ। ਨੈਕਸਟ ਯਾਨੀ ਓਨਰ ਐਂਡ ਡਾਇਰੈਕਟਰ। ਅਤੇ ਥਰਡ ਕੁਐਸਚਨ ਆ, ਸੁਪਰਡੈਂਟ ਅਤੇ ਫੋਰਮੈਨ ਨੂੰ ਪ੍ਰਬੰਧ ਦੇ ਕਿਸ ਪੱਧਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ? ਸੁਪਰਡੈਂਟ ਐਂਡ ਫੋਰਮੈਨ ਆਰ ਇਨਕਲੂਡਡ ਇਨ ਵਿਚ ਲੈਵਲ ਆਫ ਮੈਨੇਜਮੈਂਟ? ਸੋ ਆਨਸਰ ਇਜ਼ ਲੋਅਰ ਲੈਵਲ ਮੈਨੇਜਮੈਂਟ। ਨਿਮਨ ਪੱਧਰ 'ਚ ਇਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਵਾ। ਨੈਕਸਟ ਹੈਗਾ ਵਾ, ਯੋਜਨਾ ਬਣਾਉਣਾ ਅਤੇ ਉਦੇਸ਼ ਨਿਰਧਾਰਿਤ ਕਰਨ ਸੰਬੰਧੀ ਕੰਮ ਕਿਸ ਪੱਧਰ 'ਤੇ ਕੀਤਾ ਜਾਂਦਾ ਵਾ? ਐਟ ਵਿਚ ਲੈਵਲ ਪਲੈਨਸ ਆਰ ਮੇਡ ਔਰ ਓਬਜੈਕਟਿਵ ਆਰ ਡਿਸਾਈਡਡ? ਸੋ ਇਹ ਟੌਪ ਲੈਵਲ ਮੈਨੇਜਮੈਂਟ 'ਤੇ ਕੀਤਾ ਜਾਂਦਾ ਵਾ, ਉੱਚ ਪੱਧਰ 'ਤੇ ਇਹ ਕੰਮ ਕੀਤਾ ਜਾਂਦਾ ਵਾ ਟੌਪ ਲੈਵਲ ਮੈਨੇਜਮੈਂਟ 'ਤੇ। ਪ੍ਰਬੰਧ ਉਹਨਾਂ ਸੰਸਥਾਵਾਂ ਲਈ ਜ਼ਰੂਰੀ ਹੈ ਜੋ ਡੈਸ਼ ਹਨ। ਮੈਨੇਜਮੈਂਟ ਇਜ਼ ਐਸੈਂਸ਼ੀਅਲ ਫॉर ਡੈਸ਼ ਆਰਗੇਨਾਈਜੇਸ਼ਨ। ਗੈਰ ਮੁਨਾਫਾ ਸੰਸਥਾਵਾਂ ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ। ਸੇਵਾ ਸੰਸਥਾਵਾਂ ਸਰਵਿਸ ਆਰਗੇਨਾਈਜੇਸ਼ਨ। ਸਮਾਜਿਕ ਸੰਸਥਾਵਾਂ ਸੋਸ਼ਲ ਆਰਗੇਨਾਈਜੇਸ਼ਨ। ਉੱਤੇ ਦਿੱਤੇ ਸਾਰੇ ਆਲ ਉਹ ਅਬਵ। ਸੋ ਪ੍ਰਬੰਧ ਸਾਰਿਆਂ ਲਈ ਜ਼ਰੂਰੀ ਹੁੰਦਾ ਵਾ। ਸੋ ਆਨਸਰ ਹੈਗਾ ਵਾ ਉੱਪਰ ਦਿੱਤੇ ਸਾਰੇ। ਨੈਕਸਟ ਹੈਗਾ, ਪ੍ਰਬੰਧ ਦੇ ਪਹਿਲੇ ਕਾਰਜ ਦਾ ਨਾਮ ਲਓ। ਫਸਟ ਫੰਕਸ਼ਨ ਆਫ ਮੈਨੇਜਮੈਂਟ ਹੁੰਦਾ ਪਲੈਨਿੰਗ ਯਾਨੀ ਯੋਜਨਾਬੰਦੀ। ਫਸਟ ਫੰਕਸ਼ਨ ਆਫ ਮੈਨੇਜਮੈਂਟ ਹੁੰਦਾ ਪਲੈਨਿੰਗ ਯੋਜਨਾਬੰਦੀ। ਨੈਕਸਟ ਹੈਗਾ, ਪ੍ਰਬੰਧ ਦਾ ਕਿਹੜਾ ਕੰਮ ਸੰਗਠਨ ਦੇ ਮਨੁੱਖੀ ਸਾਧਨਾਂ ਨਾਲ ਸੰਬੰਧ ਰੱਖਦਾ ਹੈ? ਵਿਚ ਫੰਕਸ਼ਨ ਆਫ ਮੈਨੇਜਮੈਂਟ ਇਜ਼ ਰਿਲੇਟਡ ਵਿਦ ਹਿਊਮਨ ਰਿਸੋਰਸਿਸ? ਸੋ ਆਨਸਰ ਹੈਗਾ ਵਾ ਸਟਾਫਿੰਗ। ਸਟਾਫਿੰਗ ਰਿਲੇਟਡ ਵਿਦ ਹਿਊਮਨ ਰਿਸੋਰਸਿਸ। ਮਾਰਕੀਟਿੰਗ ਮੈਨੇਜਰ ਪ੍ਰਬੰਧ ਦੇ ਕਿਸ ਪੱਧਰ 'ਤੇ ਕੰਮ ਕਰਦਾ ਹੈ? ਮਾਰਕੀਟਿੰਗ ਮੈਨੇਜਰ ਵਰਕਸ ਐਟ ਵਿਚ ਲੈਵਲ ਆਫ ਮੈਨੇਜਮੈਂਟ? ਟੌਪ, ਆਪਰੇਟਿੰਗ ਮੀਨ ਲੋਅਰ, ਮਿਡਲ ਐਂਡ ਸੁਪਰਵਾਈਜ਼ਰੀ ਲੈਵਲ। ਸੋ ਜਿਹੜਾ ਮੈਨੇਜਰ ਹੁੰਦਾ ਵਾ ਮਾਰਕੀਟਿੰਗ ਮੈਨੇਜਰ ਡਿਪਾਰਟਮੈਂਟਲ ਮੈਨੇਜਰ ਹੁੰਦਾ, ਸੋ ਮਿਡਲ ਲੈਵਲ 'ਤੇ ਕੰਮ ਕਰਦਾ ਉਹ। ਨੈਕਸਟ ਹੈਗਾ ਵਾ, ਪ੍ਰਸ਼ਾਸਨ ਦਾ ਖੇਤਰ ਪ੍ਰਬੰਧ ਨਾਲੋਂ ਜ਼ਿਆਦਾ ਹੁੰਦਾ ਹੈ, ਸਹੀ ਜਾਂ ਗਲਤ? ਸਕੋਪ ਆਫ ਐਡਮਿਨਿਸਟ੍ਰੇਸ਼ਨ ਇਜ਼ ਮੋਰ ਦੈਨ ਮੈਨੇਜਮੈਂਟ? ਸੋ ਇਹਦਾ ਆਨਸਰ ਆ ਸਹੀ। ਸੋ ਕਿਉਂਕਿ ਜਿਹੜਾ ਮੈਨੇਜਮੈਂਟ ਆ ਦੈਟ ਇਜ਼ ਪਾਰਟ ਆਫ ਐਡਮਿਨਿਸਟ੍ਰੇਸ਼ਨ। ਨੈਕਸਟ ਹੈਗਾ, ਪ੍ਰਬੰਧ ਡੈਸ਼ ਹੈ, ਕਲਾ ਵਿਗਿਆਨ ਦੋਵੇਂ, ਇਹਨਾਂ ਵਿੱਚ ਕੋਈ ਨਹੀਂ। ਮੈਨੇਜਮੈਂਟ ਇਜ਼ ਬੋਥ ਆਰਟ ਐਜ਼ ਵੈਲ ਐਜ਼ ਸਾਇੰਸ। ਸੋ ਸੀ ਆਪਸ਼ਨ ਆਨਸਰ ਇਹਦਾ। ਸੋ ਨੈਕਸਟ ਹੈਗਾ ਵਾ 11ਵਾਂ, ਇੱਕ ਪੇਸ਼ੇ ਵਜੋਂ ਪ੍ਰਬੰਧ ਡੈਸ਼ ਦਾ ਹਵਾਲਾ ਦਿੰਦਾ ਵਾ। ਐਜ਼ ਏ ਪ੍ਰੋਫੈਸ਼ਨ ਮੈਨੇਜਮੈਂਟ ਰੈਫਰਸ ਟੂ ਉਹ ਸਭ ਜੋ ਪ੍ਰਬੰਧ ਕਰਦੇ ਹਨ। ਆਲ ਵਿੱਚ ਇਹ ਮੈਨੇਜਰ ਡਜ਼। ਇੱਕ ਪੇਸ਼ੇ ਵਜੋਂ ਵਿਕਸਿਤ ਹੋਣ, ਡਿਵੈਲਪ ਐਜ਼ ਏ ਪ੍ਰੋਫੈਸ਼ਨ, ਐਡਵੋਕੇਟ, ਇਹਨਾਂ ਵਿੱਚੋਂ ਕੋਈ ਨਹੀਂ। ਸੋ ਐਜ਼ ਏ ਪ੍ਰੋਫੈਸ਼ਨ ਰੈਫਰਸ ਟੂ ਡਿਵੈਲਪ ਐਜ਼ ਏ ਪ੍ਰੋਫੈਸ਼ਨ, ਇੱਕ ਪੇਸ਼ੇ ਵਜੋਂ ਵਿਕਸਿਤ ਹੋਣ ਨਾਲ ਸੰਬੰਧਿਤ ਹੈ। ਬੀ ਆਪਸ਼ਨ ਆਨਸਰ ਹੋਊਗਾ। ਨੈਕਸਟ ਹੈਗਾ ਵਾ ਆਪਣੇ ਕੋਲੇ, ਫਿਊਲ ਦੇ ਪ੍ਰਬੰਧ ਦੇ ਕੁੱਲ ਕਿੰਨੇ ਸਿਧਾਂਤ ਤੇ? 6 10 14 12। ਹਾਊ ਮੈਨੀ ਮੈਨੇਜਮੈਂਟ ਪ੍ਰਿੰਸੀਪਲ ਆਰ ਗਿਵਨ ਬਾਈ ਫਿਊਲ? ਆਨਸਰ ਇਜ਼ 14। ਇਹਨੇ 14 ਪ੍ਰਿੰਸੀਪਲ ਦਿੱਤੇ ਸੀਗੇ। ਨੈਕਸਟ ਹੈਗਾ, ਫਿਊਲ ਨੇ ਕਿਸ ਸਿਧਾਂਤ ਦੇ ਸੁਝਾਅ ਦਿੰਦਾ ਹੈ ਕਿ ਇੱਕ ਉਦੇਸ਼ ਲਈ ਕੰਮ ਕਰ ਰਹੇ ਕਰਮਚਾਰੀਆਂ ਲਈ ਇੱਕ ਮੁਖੀ ਅਤੇ ਇੱਕ ਹੀ ਯੋਜਨਾ ਹੋਣੀ ਚਾਹੀਦੀ ਹੈ? ਵਿਚ ਪ੍ਰਿੰਸੀਪਲ ਗਿਵਨ ਬਾਈ ਫਿਊਲ ਸੁਜੈਸਟ ਦੈਟ ਦੇਰ ਇਜ਼ ਵਨ ਵੋਸ ਫॉर वन ਪਲਾਨ? ਯੂਨਿਟੀ ਆਫ ਆਰਡਰ ਯਾਨੀ ਆਦੇਸ਼ ਦੀ ਏਕਤਾ, ਯੂਨਿਟੀ ਆਫ ਡਾਇਰੈਕਸ਼ਨ ਨਿਰਦੇਸ਼ ਦੀ ਏਕਤਾ, ਇਕੁਅਲਿਟੀ ਆਫ ਇੰਪਲਾਈਜ਼ ਕਰਮਚਾਰੀਆਂ ਦੀ ਸਮਾਨਤਾ, ਸਕਿਲਰ ਚੇਨ। ਸੋ ਇਹਦਾ ਆਨਸਰ ਹੈਗਾ ਵਾ ਨਿਰਦੇਸ਼ ਦੀ ਏਕਤਾ। ਯੂਨਿਟੀ ਆਫ ਡਾਇਰੈਕਸ਼ਨ ਦੇ ਵਿੱਚ ਇਹ ਕਿਹਾ ਜਾਂਦਾ ਵਾ ਵੀ ਇੱਕੋ ਜਿਹੇ ਉਦੇਸ਼ ਨੂੰ ਪ੍ਰਾਪਤ ਕਰਨ ਵਾਲਿਆਂ ਲਈ ਇੱਕ ਪਲਾਨ ਤੇ ਇੱਕ ਮੁਖੀ ਹੋਣਾ ਚਾਹੀਦਾ ਵਾ। ਨੈਕਸਟ ਹੈਗਾ, ਵਿਗਿਆਨਿਕ ਪ੍ਰਬੰਧ ਦਾ ਕਿਸ ਨੂੰ ਕਿਹਾ ਜਾਂਦਾ ਵਾ? ਸਾਇੰਟੀਫਿਕ ਮੈਨੇਜਮੈਂਟ ਦਾ ਫਾਦਰ ਹੈਗਾ ਵਾ FW ਟੇਲਰ। ਬੀ ਆਪਸ਼ਨ ਆਨਸਰ ਹੈ ਇਹਦਾ, FW ਟੇਲਰ। ਨੈਕਸਟ, ਟੇਲਰ ਨੇ ਆਪਣਾ ਧਿਆਨ ਡੈਸ਼ 'ਤੇ ਕੇਂਦਰਿਤ ਕੀਤਾ। ਟੇਲਰਜ਼ ਕੰਸਨਟਰੇਟਡ ਔਨ ਸ਼ਾਪ ਲੈਵਲ
ਵਰਕਸ਼ਾਪ ਲੈਵਲ ਜਾਂ ਸ਼ਾਪ ਲੈਵਲ, ਟਾਪ ਲੈਵਲ, ਮਿਡਲ ਲੈਵਲ ਤੇ ਲੋਅਰ ਲੈਵਲ। ਸੋ ਆਨਸਰ ਇਜ਼ ਟੇਲਰ ਫੋਕਸ ਔਨ ਸ਼ਾਪ ਲੈਵਲ ਮੈਨੇਜਮੈਂਟ। ਟੇਲਰ ਨੇ ਸ਼ਾਪ ਲੈਵਲ ਮੈਨੇਜਮੈਂਟ 'ਤੇ ਕੌਨਸਨਟਰੇਟ ਕੀਤਾ, ਸ਼ਾਪ ਲੈਵਲ ਮੈਨੇਜਮੈਂਟ 'ਤੇ। ਬਕਾਇਆ ਵਿਧੀ ਦੇ ਅਧੀਨ ਮੁੱਲ ਕਸਾਈ, ਡੈਪਰੀਸੀਏਸ਼ਨ ਅੰਡਰ ਰਿਡਿਊਸਿੰਗ ਬੈਲੈਂਸ ਮੈਥਡ ਜਾਂ ਬੈਲੈਂਸ ਮੈਥਡ ਇਨਕਰੀਜ਼ ਐਵਰੀ ਈਅਰ, ਹਰ ਸਾਲ ਵੱਧਦੀ ਹੈ, ਹਰ ਸਾਲ ਘੱਟਦੀ ਹੈ, ਡਿਕਰੀਜ਼ ਐਵਰੀ ਈਅਰ, ਅਤੇ ਇੱਕ ਸਾਲ ਵਿੱਚ ਵੱਧਦਾ ਅਤੇ ਦੂਜੇ ਸਾਲ ਘੱਟ ਜਾਂਦੀ ਹੈ, ਇਨਕਰੀਜ਼ ਇਨ 1 ਈਅਰ, ਡਿਕਰੀਜ਼ ਇਨ ਅਦਰ ਈਅਰ, ਹਰ ਸਾਲ ਸਮਾਨ ਰਹਿੰਦੀ ਹੈ, ਇਕੁਅਲ ਇਨ ਐਵਰੀ ਈਅਰ। ਸੋ ਬੈਲੈਂਸ ਮੈਥਡ ਦੇ ਅਕੋਰਡਿੰਗਲੀ ਜਿਹੜੀ ਡੈਪਰੀਸੀਏਸ਼ਨ ਆ ਉਹ ਹਰ ਸਾਲ ਘੱਟ ਜਾਂਦੀ ਹੈ। ਬੈਲੈਂਸ ਮੈਥਡ ਦੇ ਅਕੋਰਡਿੰਗਲੀ ਡੈਪਰੀਸੀਏਸ਼ਨ ਹਰ ਸਾਲ ਘੱਟ ਜਾਂਦੀ। ਬੀ ਆਪਸ਼ਨ ਆਨਸਰ ਹੋ ਗਿਆ। ਨੈਕਸਟ ਹੈਗਾ ਮੁੱਲ ਕਸਾਈ ਕੀ ਹੈ? ਵਾਟ ਇਜ਼ ਡੈਪਰੀਸੀਏਸ਼ਨ? ਡੈਪਰੀਸੀਏਸ਼ਨ ਇੱਕ ਸਥਿਰ ਸੰਪੱਤੀ ਦੀ ਵਰਤੋਂ ਕਰਨ ਦੀ ਲਾਗਤ ਹੈ। ਇਟ ਇਜ਼ ਕੋਸਟ ਆਫ ਯੂਜ਼ਿੰਗ ਐਨ ਐਸੈਟ, ਸੰਪੱਤੀ ਦਾ ਖਰੀਦ ਮੁੱਲ ਹੈ। ਪਰਚੇਜ਼ ਪ੍ਰਾਈਜ਼ ਆ, ਸੰਪੱਤੀ ਦਾ ਕਰੰਟ ਵੈਲਿਊ ਆ, ਮੌਜੂਦਾ ਮੁੱਲ ਆ। ਸਥਾਈ ਸਥਿਰ ਸੰਪੱਤੀ ਦੀ ਮੁਰੰਮਤ ਦੀ ਲਾਗਤ ਕੋਸਟ ਆਫ ਰਿਪੇਅਰ ਆ। ਸੋ ਆਨਸਰ ਹੈਗਾ ਜਿਹੜੀ ਡੈਪਰੀਸੀਏਸ਼ਨ ਹੁੰਦੀ ਹੈ ਦੈਟ ਇਜ਼ ਕੋਸਟ ਆਫ ਯੂਜ਼ਿੰਗ ਐਨ ਐਸੈਟ ਹੁੰਦੀ ਹੈ। ਨੈਕਸਟ ਹੈਗਾ 18, ਮੁੱਲ ਕਸਾਈ ਲਗਾਈ ਜਾਂਦੀ ਹੈ। ਡੈਪਰੀਸੀਏਸ਼ਨ ਇਜ਼ ਇੰਪੋਜ਼ਡ ਔਨ ਚਾਲੂ ਸੰਪੱਤੀਆਂ, ਕਰੰਟ ਐਸੈਟ ਤੇ ਫਿਕਸਡ ਐਸੈਟਸ ਤੇ, ਯਾਨੀ ਸਥਾਈ ਸੰਪੱਤੀਆਂ ਤੇ, ਇਹਨਾਂ ਵਿੱਚੋਂ ਕਿਸੇ ਤੇ ਨਹੀਂ, ਨਨ ਆਫ ਅਬਵ, ਦੋਵਾਂ ਤੇ, ਬੋਥ ਆਫ ਅਬਵ। ਸੋ ਡੈਪਰੀਸੀਏਸ਼ਨ ਇੰਪੋਜ਼ ਔਨ ਫਿਕਸਡ ਐਸੈਟਸ। ਸੋ ਡੈਪਰੀਸੀਏਸ਼ਨ ਫਿਕਸਡ ਐਸੈਟ ਤੇ ਲਗਾਈ ਜਾਂਦੀ ਆ। ਨੈਕਸਟ ਮੁੱਲ ਕਸਾਈ ਦਾ ਕਾਰਨ ਹੈ ਡੈਪਰੀਸੀਏਸ਼ਨ। ਕਾਜ਼ਜ਼ ਆਫ ਡੈਪਰੀਸੀਏਸ਼ਨ ਇਜ਼ ਸੰਪੱਤੀ ਦੀ ਟੁੱਟ ਭੱਜ, ਵੇਅਰ ਐਂਡ ਟੇਅਰ ਆਫ ਐਸੈਟ, ਸੰਪੱਤੀ ਦੀ ਵਰਤੋਂ, ਯੂਜ਼ ਆਫ ਐਸੈਟ, ਸੰਪੱਤੀ ਦਾ ਪੁਰਾਣਾ ਹੋਵਾ, ਓਬਸੋਲੈਂਸੀ ਆਫ ਐਨ ਐਸੈਟ, ਇਹ ਸਾਰੇ। ਸੋ ਡੈਪਰੀਸੀਏਸ਼ਨ ਆ ਜਿਹੜੀ ਉਹ ਸਾਰੇ ਕਾਰਨਾਂ ਕਰਕੇ ਹੁੰਦੀ ਹੈ ਜੋ ਮੈਂਸ਼ਨ ਇੱਥੇ ਕੀਤੇ ਗਏ ਆ। ਇਹ ਸਾਰੇ ਆਨਸਰ ਆ ਜਾਣਾ ਇਹ 'ਚ। ਨੈਕਸਟ ਹੈਗਾ ਬੀਮਾ। ਘਟਦੇ ਬਕਾਏ ਵਿਧੀ ਤਹਿਤ ਮੁੱਲ ਕਸਾਈ ਦੀ ਦਰ ਕੀ ਹੈ? ਵਟ ਇਜ਼ ਦ ਰੇਟ ਆਫ ਡੈਪਰੀਸੀਏਸ਼ਨ ਅੰਡਰ ਡਿਮਿਨਿਸ਼ਿੰਗ ਬੈਲੈਂਸ ਮੈਥਡ? 12%, 15%, 10%। ਸਥਿਰ ਨਹੀਂ। ਦੇਖੋ ਕਿਸੇ ਵੀ ਮੈਥਡ 'ਚ ਰੇਟ ਆਫ ਡੈਪਰੀਸੀਏਸ਼ਨ ਫਿਕਸ ਨਹੀਂ ਹੁੰਦੀ, ਚੇਂਜ ਹੁੰਦੀ ਰਹਿੰਦੀ ਹੈ। ਸੋ ਆਨਸਰ ਹੈਗਾ ਡੀ, ਸਥਿਰ ਨਹੀਂ। ਨੈਕਸਟ ਬੈਂਕ ਮਿਲਾਨ ਵਿਵਰਨ ਜਾਂ ਬੈਂਕ ਸਥਿਤੀ ਵਿਵਰਣ, ਬੈਂਕ ਰਿਕਨਸੀਲੀਏਸ਼ਨ ਸਟੇਟਮੈਂਟ ਡੈਸ਼ ਦੁਆਰਾ ਤਿਆਰ ਕੀਤਾ ਜਾਂਦਾ ਵਾ। ਬੈਂਕ ਦੁਆਰਾ, ਲੈਣਦਾਰ ਦੁਆਰਾ, ਗ੍ਰਾਹਕ ਦੁਆਰਾ, ਉਪਰੋਕਤ ਸਭ। ਬੈਂਕ ਲੈਣਦਾਰ ਮੈਨੇ ਕ੍ਰੈਡੀਟਰ, ਗ੍ਰਾਹਕ ਮੈਨੇ ਬੈਂਕ ਦਾ ਗ੍ਰਾਹਕ, ਕਸਟਮਰ ਆਫ ਬੈਂਕ ਯਾਨੀ ਕਿ ਬਿਜਨਸਮੈਨ। ਸੋ ਬਿਜਨਸਮੈਨ ਜਾਂ ਉਪਰੋਕਤ ਸਭ, ਬਿਜਨਸਮੈਨ ਆਉਣਾ ਇੱਥੇ, ਬਿਜਨਸਮੈਨ। ਬੈਂਕ ਦਾ ਗ੍ਰਾਹਕ ਬਿਜਨਸਮੈਨ ਆ। ਸੋ ਗ੍ਰਾਹਕ ਦੁਆਰਾ ਬੈਂਕ ਰਿਕਨਸੀਲੀਏਸ਼ਨ ਸਟੇਟਮੈਂਟ ਆ ਜਿਹੜੀ ਉਹ ਪ੍ਰਪੇਅਰ ਕੀਤੀ ਜਾਂਦੀ ਹੈ। ਨੈਕਸਟ ਹੈਗਾ ਕੈਸ਼ ਬੁੱਕ ਦੇ ਕ੍ਰੈਡਿਟ ਬੈਲੈਂਸ ਦਾ ਮਤਲਬ ਹੈ। ਵਾਟ ਇਜ਼ ਦਾ ਮੀਨਿੰਗ ਆਫ ਕ੍ਰੈਡਿਟ ਬੈਲੈਂਸ ਆਫ ਕੈਸ਼ ਬੁੱਕ? ਕ੍ਰੈਡਿਟ ਬੈਲੈਂਸ ਮਤਲਬ ਨੈਗੇਟਿਵ ਬੈਲੈਂਸ ਹੋ ਗਿਆ। ਸੋ ਪਹਿਲਾ ਆਪਸ਼ਨ ਦਿੱਤਾ ਅਨੁਕੂਲ ਬਰਾਇਆ ਯਾਨੀ ਫੇਵਰੇਬਲ ਬੈਲੈਂਸ, ਦੂਜਾ ਦਿੱਤਾ ਅਨਉਚਿਤ ਬੈਲੈਂਸ, ਅਨਫੇਅਰ ਬੈਲੈਂਸ, ਤੀਜਾ ਹੈਗਾ ਓਵਰਡਰਾਫਟ, ਚੌਥਾ ਹੈਗਾ ਬੈਂਕ ਵਿੱਚ ਜਮ੍ਹਾਂ ਰਾਸ਼ੀ। ਸੋ ਕੈਸ਼ ਦੇ ਕ੍ਰੈਡਿਟ ਬੈਲੈਂਸ ਦਾ ਮਤਲਬ ਆ ਬੈਂਕ ਓਵਰਡਰਾਫਟ। ਨੈਕਸਟ ਬੈਲੈਂਸ ਸ਼ੀਟ ਦਿਖਾਉਂਦੀ ਹੈ। ਬੈਲੈਂਸ ਸ਼ੀਟ ਸ਼ੋਜ਼ ਸਾਰੇ ਖਾਤਿਆਂ ਦਾ ਬਕਾਇਆ, ਬੈਲੈਂਸ ਆਫ ਈਚ ਐਂਡ ਐਵਰੀ ਅਕਾਊਂਟ, ਵਪਾਰ ਦੁਆਰਾ ਕਮਾਇਆ ਗਿਆ ਲਾਭ, ਪ੍ਰੋਫਿਟ ਅਰਨ ਬਾਈ ਬਿਜ਼ਨਸ, ਕਿਸੇ ਕਾਰੋਬਾਰ ਦੀ ਵਿੱਤੀ ਦੀ, ਫਾਈਨੈਂਸ਼ੀਅਲ ਸਟੇਟਮੈਂਟ ਆਫ ਏ ਬਿਜ਼ਨਸ, ਅਸਲੀ ਅਤੇ ਨਾਮਾਤਰ ਖਾਤੇ, ਰੀਅਲ ਐਂਡ ਨੋਮੀਨਲ ਅਕਾਊਂਟ। ਸੋ ਬੈਲੈਂਸ ਸ਼ੀਟ ਫਾਈਨੈਂਸ਼ੀਅਲ ਪੋਜੀਸ਼ਨ ਦਿਖਾਉਂਦੀ ਹੈ। ਸੋ ਆਪਸ਼ਨ ਹੈਗਾ ਸੀ। ਆਪਸ਼ਨ ਹੈਗਾ ਸੀ, ਕਿਸੇ ਬਾਰ ਦੀ। ਅੰਤਿਮ ਸਟਾਕ ਦਾ ਮੁਲਾਂਕਣ ਕਿਸ ਮੁੱਲ ਉੱਤੇ ਕੀਤਾ ਜਾਂਦਾ ਵਾ? ਐਟ ਵਟ ਪ੍ਰਾਈਜ਼ ਕਲੋਜ਼ਿੰਗ ਸਟਾਕ ਇਜ਼ ਵੈਲਿਊਡ? ਮਾਰਕੀਟ ਪ੍ਰਾਈਜ਼, ਕੋਸਟ ਪ੍ਰਾਈਜ਼, ਹਿਸਟੋਰੀਕਲ ਪ੍ਰਾਈਜ਼, ਮਾਰਕੀਟ ਪ੍ਰਾਈਜ਼ ਔਰ ਕੋਸਟ ਪ੍ਰਾਈਜ਼, ਯਾਨੀ ਬਾਜ਼ਾਰ ਮੁੱਲ, ਲਾਗਤ ਮੁੱਲ, ਇਤਿਹਾਸਿਕ ਮੁੱਲ, ਬਾਜ਼ਾਰ ਮੁੱਲ ਜਾਂ ਲਾਗਤ ਜੋ ਵੀ ਘੱਟ ਹੋਵੇ। ਇਹਦਾ ਆਨਸਰ ਆ ਡੀ, ਬਾਜ਼ਾਰ ਮੁੱਲ ਜਾਂ ਲਾਗਤ ਮੁੱਲ ਜੋ ਵੀ ਘੱਟ ਹੋਵੇ ਉਹਦੇ 'ਤੇ ਇਹਨੂੰ ਸ਼ੋਅ ਕੀਤਾ ਜਾਂਦਾ ਵਾ। ਨੈਕਸਟ ਲੈਣਦਾਰ ਕਿਸ ਵਿੱਚ ਪੋਸਟ ਕੀਤੇ ਜਾਂਦੇ ਨੇ? ਖਾਤੇ ਨਹੀਂ ਲਿਖਣਾ ਇੱਥੇ। ਲੈਣਦਾਰ ਕਿਸ ਵਿੱਚ ਪੋਸਟ ਕੀਤੇ ਜਾਂਦੇ ਹਨ? ਟ੍ਰੇਡਿੰਗ ਅਕਾਊਂਟ 'ਚ, ਮੈਨੂਫੈਕਚਰਿੰਗ ਅਕਾਊਂਟ 'ਚ, ਪ੍ਰੋਫਿਟ ਐਂਡ ਲਾਸ ਅਕਾਊਂਟ 'ਚ, ਸਥਿਤੀ ਵਿਵਰਣ ਦੇ ਦੇਣਦਾਰੀ ਵਾਲੇ ਪਾਸੇ।
ਸੋ ਲੈਣਦਾਰ ਆ, ਲਾਇਬਿਲਿਟੀ ਹੁੰਦੀ ਆ ਸਥਿਤੀ ਵਿਵਰਣ ਦੇ ਦੇਣਦਾਰ ਵਾਲੇ ਪਾਸੇ ਦੇ ਵਿੱਚ ਇਹਨੂੰ ਅਸੀਂ ਸ਼ੋਅ ਕਰਨਾ ਹੁੰਦਾ ਵਾ। ਨੈਕਸਟ ਹੈਗਾ ਵਪਾਰ ਵਿੱਚ ਸਟਾਕ ਕਿਸ ਕਿਸਮ ਦੀ ਸੰਪत्ति ਹੈ। ਵਟ ਟਾਈਪ ਆਫ ਐਸਟ ਸਟਾਕ ਇਜ਼। ਮੌਜੂਦਾ ਮਤਲਬ ਚਾਲੂ ਸੰਪत्ति ਮਤਲਬ ਕਰੰਟ ਐਸਟ, ਸਥਿਰ ਸੰਪत्ति ਮਤਲਬ ਫਿਕਸਡ ਐਸਟ, ਤਰਲ ਸੰਪत्ति ਮਤਲਬ ਲਿਕੁਇਡ ਐਸਟ, ਅਟਲ ਸੰਪत्ति ਮਤਲਬ ਇਨਫਲੈਕਸੀਬਲ ਐਸਟ। ਸੋ ਜਿਹੜੇ ਸਟਾਕ ਹੁੰਦਾ ਵਾ ਉਹ ਚਾਲੂ ਸੰਪत्ति ਹੁੰਦਾ ਵਾ, ਯਾਨੀ ਕਿ ਕਰੰਟ ਐਸਟ ਹੁੰਦਾ। ਨੈਕਸਟ ਬਕਾਇਆ ਖਰਚ ਨੂੰ ਦਿਖਾਇਆ ਜਾਂਦਾ ਹੈ। ਆਊਟਸਟੈਂਡਿੰਗ ਐਕਸਪੈਂਸ ਇਜ਼ ਸ਼ੋਨ ਇਨ ਪ੍ਰੋਫਿਟ ਐਂਡ ਲਾਸ ਅਕਾਊਂਟ, ਬੈਲੈਂਸ ਸ਼ੀਟ ਐਸਟ ਸਾਈਡ, ਬੈਲੈਂਸ ਸ਼ੀਟ ਲਾਇਬਿਲਿਟੀ ਸਾਈਡ ਐਂਡ ਕੈਸ਼ ਬੁੱਕ। ਸੋ ਜਿਹੜਾ ਬਕਾਇਆ ਖਰਚੇ ਹੁੰਦੇ ਉਹਨੂੰ ਆਊਟਸਟੈਂਡਿੰਗ ਐਕਸਪੈਂਸ ਕਹਿੰਦੇ, ਲਾਇਬਿਲਿਟੀ ਹੁੰਦੀ ਹੈ, ਇਸ ਕਰਕੇ ਬੈਲੈਂਸ ਸ਼ੀਟ 'ਚ ਦੇਣਦਾਰੀ ਪਾਲੇ ਪਾਸੇ ਇਹਨੂੰ ਦਿਖਾਇਆ ਜਾਂਦਾ ਵਾ। ਸੀ ਆਪਸ਼ਨ ਆਨਸਰ ਹੋ ਜਾਊਗਾ। ਨੈਕਸਟ ਹੈਗਾ ਪੇਸ਼ਗੀ ਵਿੱਚ ਪ੍ਰਾਪਤ ਕੀਤੀ ਆਮਦਨ ਇਸ ਵਿੱਚ ਦਿਖਾਈ ਜਾਂਦੀ ਆ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ, ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ 'ਤੇ, ਬੈਲੈਂਸ ਸ਼ੀਟ ਦੀ ਐਸਟ ਸਾਈਡ 'ਤੇ ਅਤੇ ਟ੍ਰੇਡਿੰਗ ਅਕਾਊਂਟ 'ਚ। ਦੇਖੋ ਪੇਸ਼ਗੀ ਵਿੱਚ ਪ੍ਰਾਪਤ ਕੀਤੀ ਆਮਦਨ ਇਨਕਮ ਰਿਸੀਵਡ ਇਨ ਐਡਵਾਂਸ, ਸੋ ਇਹ ਸਾਡੀ ਲਾਇਬਿਲਿਟੀ ਹੁੰਦੀ ਹੈ, ਇਸ ਕਰਕੇ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ 'ਤੇ ਇਹਨੂੰ ਸ਼ੋਅ ਕੀਤਾ ਜਾਂਦਾ ਵਾ। ਨੈਕਸਟ ਆ ਗਿਆ ਆਪਣੇ ਕੋਲ ਪੂੰਜੀ ਤੇ ਵਿਆਜ ਕਿਸ ਖਾਤੇ ਨੂੰ ਡੈਬਿਟ ਕੀਤਾ ਜਾਂਦਾ ਵਾ। ਪੂੰਜੀ ਦੇ ਵਿਆਜ ਖਰਚਾ ਹੁੰਦਾ ਵਾ, ਸੋ ਸਾਰੇ ਖਰਚੇ ਆ ਜਿਹੜੇ ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਕੀਤੇ ਜਾਂਦੇ ਆ। ਸੋ ਕੈਪੀਟਲ ਅਕਾਊਂਟ ਨਹੀਂ, ਲਾਭਾਨੀ ਖਾਤੇ ਨੂੰ ਕੀਤੇ ਜਾਂਦੇ ਆ, ਡਰਾਇੰਗ ਅਕਾਊਂਟ ਨਹੀਂ ਕੀਤੇ ਜਾਂਦੇ, ਕਿਰਾਏ ਖਾਤੇ ਨਹੀਂ ਕੀਤੇ ਜਾਂਦੇ। ਨੈਕਸਟ ਹੈਗਾ ਸਾਡੇ ਕੋਲ ਮੁੱਲ ਕਸਾਈ ਕਿਸ ਖਾਤੇ 'ਤੇ ਵਸੂਲਿਆ ਜਾਂਦਾ ਵਾ। ਡੈਪਰੀਸੀਏਸ਼ਨ ਇਜ਼ ਇੰਪੋਜ਼ਡ ਔਨ, ਡੈਪਰੀਸੀਏਸ਼ਨ ਕਿਤੇ ਲਗਾਈ ਜਾਂਦੀ ਆ, ਲਾਭ ਹਾਨੀ ਖਾਤੇ 'ਤੇ, ਅਤੇ ਸਥਾਈ ਸੰਪੱਤੀ ਖਾਤੇ 'ਤੇ, ਜਾਂ ਵਪਾਰ ਖਾਤੇ 'ਤੇ, ਜਾਂ ਕੈਸ਼ ਬੁੱਕ 'ਤੇ। ਸੋ ਡੈਪਰੀਸ਼ਨ ਇੰਪੋਜ਼ ਕੀਤੀ ਜਾਂਦੀ ਆ ਸਥਾਈ ਸੰਪੱਤੀ ਖਾਤੇ 'ਤੇ। ਬੀ ਆਪਸ਼ਨ ਆਨਸਰ ਹੋਊਗਾ ਇਹਦਾ, ਸਥਾਈ ਸੰਪੱਤੀ ਖਾਤੇ 'ਤੇ। ਨੈਕਸਟ ਹੈਗਾ 31st ਕੁਐਸਚਨ, ਇਹ ਟੈਕਸ ਦੇ ਕੁਐਸਚਨ ਸ਼ੁਰੂ ਹੋ ਗਏ। ਚੀਫ ਕਮਿਸ਼ਨਰ ਆਫ ਇਨਕਮ ਟੈਕਸ ਜਾਂ ਡਾਇਰੈਕਟਰ ਜਨਰਲ ਆਫ ਇਨਕਮ ਟੈਕਸ ਦੀ ਨਿਯੁਕਤੀ ਕੌਣ ਕਰਦਾ ਹੈ। ਹੂ ਅਪੁਆਇੰਟ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਔਰ ਡੀਜੀ ਡਾਇਰੈਕਟਰ ਜਨਰਲ ਆਫ ਇਨਕਮ ਟੈਕਸ। ਸੋ ਇਹਦਾ ਆਨਸਰ ਹੈਗਾ ਵਾ CBDT। CBDT ਕੇਂਦਰ ਸਰਕਾਰ, ਭਾਰਤ ਦੇ ਰਾਸ਼ਟਰਪਤੀ ਜਾਂ ਉਪਰੋਕਤ ਸਾਰੇ। ਆਨਸਰ ਇਜ਼ ਸੈਂਟਰਲ ਬਿਊਰੋ ਆਫ ਡਾਇਰੈਕਟ ਟੈਕਸ, ਆਨਸਰ ਹੋ ਗਿਆ ਇਹਦਾ। ਨੈਕਸਟ ਹੈਗਾ ਆਪਣੇ ਕੋਲ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਜਾਂ ਡਾਇਰੈਕਟਰ ਜਨਰਲ ਆਫ ਇਨਕਮ ਟੈਕਸ ਦਾ ਕਾਰਜ ਖੇਤਰ ਕੌਣ ਨਿਰਧਾਰਿਤ ਕਰਤਾ ਹੈ। ਹੂ ਡਿਸਾਈਡ ਦਾ ਸਕੋਪ ਆਫ ਚੀਫ ਕਮਿਸ਼ਨਰ ਆਫ ਇਨਕਮ ਟੈਕਸ। ਜੋ ਇਹਨੇ ਅਪੁਆਇੰਟਮੈਂਟ ਕੀਤੀ ਉਹੀ ਸਕੋਪ ਡਿਟਰਮਾਈਨ ਕਰੂਗਾ। ਸੋ ਆਪਸ਼ਨ CBDT ਕੇਂਦਰ ਸਰਕਾਰ, ਸੈਂਟਰਲ ਗੌਰਮੈਂਟ, CBDT ਜਾਂ ਸੈਂਟਰਲ ਗੌਰਮੈਂਟ, ਉਪਰੋਕਤ ਦੋਨੇ। ਸੋ CBDT ਡਿਸਾਈਡ ਕਰਦਾ ਵਾ ਇਹਦਾ ਸਕੋਪ। ਨੈਕਸਟ ਹੈਗਾ ਆਪਣੇ ਕੋਲ ਇੱਕ ਵਿਅਕਤੀ ਦੀ ਆਮਦਨ ਵਿੱਚ ਕੁਝ ਖਾਸ ਸਥਿਤੀਆਂ ਵਿੱਚ ਹੋਰ ਵਿਅਕਤੀ ਦੀ ਆਮਦਨ ਨੂੰ ਕਿਹੜੀ ਧਾਰਾ ਅਨੁਸਾਰ ਸ਼ਾਮਿਲ ਕੀਤਾ ਜਾਂਦਾ ਵਾ। ਅਕੋਰਡਿੰਗ ਟੂ ਵਿਚ ਸੈਕਸ਼ਨ ਇਨਕਮ ਆਫ ਅਦਰ ਪਰਸਨ ਇਜ਼ ਇਨਕਲੂਡਡ ਇਨ ਦਾ ਇਨਕਮ ਆਫ ਐਨ ਇੰਡੀਵਿਜੂਅਲ ਅੰਡਰ ਸਪੈਸ਼ਲ ਸਰਕਮਸਟਾਂਸਿਸ। ਸੋ ਆਪਸ਼ਨ ਦਿੱਤੇ ਆ 90, 91, 92, 94, 60 to 64। ਉਪਰੋਕਤ ਵਿੱਚੋਂ ਕੋਈ ਨਹੀਂ ਨਾ ਨਵ। ਦੇਖੋ ਜਿਹੜੀ 1991 ਆ ਉਹ ਹੁੰਦੀ ਆ ਡਬਲ ਟੈਕਸੇਸ਼ਨ ਰਿਫੋਰਮ ਦੇ ਨਾਲ, ਜਿਹੜੀ ਡਬਲ ਟੈਕਸੇਸ਼ਨ ਰਿਫੋਰਮ ਨਾਲ ਹੁੰਦੀ ਹੈ ਇਹ। 92 to 94 ਆ ਜਿਹੜੀ ਉਹ ਹੁੰਦੀ ਆ ਟੈਕਸ ਅਵੋਇਡੈਂਸ ਦੇ ਨਾਲ, ਕਰ ਟਾਲਣ ਦੇ ਨਾਲ। ਜਿਹੜੀ 62 to 64 ਹੀ ਰਹਿ ਗਈ। ਸੋ ਇਹ ਇਹਦੇ ਨਾਲ ਰਿਲੇਟਡ ਹੁੰਦੀ ਹੈ। ਕੁਝ ਖਾਸ ਸਥਿਤੀਆਂ ਦੇ ਵਿੱਚ ਇੱਕ ਵਿਅਕਤੀ ਦੀ ਆਮਦਨ ਵਿੱਚ ਦੂਜੇ ਵਿਅਕਤੀਆਂ ਦੀ ਆਮਦਨ ਸ਼ਾਮਿਲ ਕਰਨ ਦੇ ਨਾਲ। ਉਪਰੋਕਤ ਵਿੱਚੋਂ ਕੋਈ ਨਹੀਂ ਆਉਣਾ। ਸੋ ਤੀਜਾ ਆਪਸ਼ਨ ਆਨਸਰ ਹੈ ਇਹਦਾ। ਨੈਕਸਟ ਹੈਗਾ ਤੁਹਾਡੇ ਕੋਲ ਧਾਰਾ 60 to 64। ਅਕੋਰਡਿੰਗ ਟੂ ਸੈਕਸ਼ਨ 60 to 64 ਇੱਕ ਵਿਅਕਤੀ ਦੀ ਆਮਦਨ ਵਿੱਚ ਹੇਠ ਲਿਖੇ ਵਿਅਕਤੀ ਜਾਂ ਵਿਅਕਤੀਆਂ ਦੀ ਆਮਦਨ ਸ਼ਾਮਿਲ ਕੀਤੀ ਜਾਂਦੀ ਹੈ। ਅਕੋਰਡਿੰਗ ਟੂ ਸੈਕਸ਼ਨ 60 to 64 ਇਨਕਮ ਆਫ ਏ ਪਰਸਨ ਇਨਕਲੂਡ ਦਾ ਇਨਕਮ ਆਫ ਫੋਲੋਇੰਗ ਪਰਸਨ। ਨਾਬਾਲਗ ਮਾਈਨਰ ਦੀ ਆਮਦਨ, ਉਸਦੇ ਪਤੀ ਜਾਂ ਪਤਨੀ, ਉਸਦੀ ਸਪਾਊਸ ਦੀ ਆਮਦਨ, ਮਾਤਾ ਪਿਤਾ ਦੀ ਆਮਦਨ, ਮਦਰ ਔਰ ਫਾਦਰ ਦੀ ਆਮਦਨ। ਉਪਰੋਕਤ ਵਿੱਚੋਂ ਕੋਈ ਨਹੀਂ। ਦੇਖੋ 60 to 64 ਦੇ ਅਕੋਰਡਿੰਗਲੀ ਮਾਈਨਰ ਦੀ ਇਨਕਮ ਆ ਜਿਹੜੀ ਉਹ ਇਨਕਲੂਡ ਕੀਤੀ ਜਾਂਦੀ ਹੈ ਇੱਕ ਪਰਸਨ ਦੀ ਇਨਕਮ ਦੇ ਵਿੱਚ। ਫਸਟ ਆਪਸ਼ਨ ਆਨਸਰ ਆ ਗਿਆ। ਨੈਕਸਟ ਹੈ ਇੱਕ ਵਿਅਕਤੀ ਦੀ ਆਮਦਨ ਵਿੱਚ ਹੇਠ ਲਿਖੇ ਸੰਗਠਨ ਜਾਂ ਸੰਗਠਨਾਂ ਤੋਂ ਪ੍ਰਾਪਤ ਆਮਦਨ ਸ਼ਾਮਿਲ ਕੀਤੀ ਜਾਂਦੀ ਆ। ਇਨਕਮ ਆਫ ਐਨ ਇੰਡੀਵਿਜੂਅਲ include the income from following organizations। ਸੋ ਪਹਿਲਾ ਹੈਗਾ ਹਿੰਦੂ ਅਪਭਾਜਿਤ ਪਰਿਵਾਰ ਦਾ ਸਦੱਸਿਆ ਹੋਣ 'ਤੇ ਪ੍ਰਾਪਤ ਲਾਭ, ਮੈਂਬਰ ਆਫ HUF, ਪ੍ਰੋਫਿਟ ਰਿਸੀਵ ਐਜ਼ ਮੈਂਬਰ ਆਫ HUF, ਇਹ ਤਾਂ ਇਨਕਲੂਡ ਕੀਤੀ ਜਾਂਦੀ ਆ। ਵਿਅਕਤੀਆਂ ਦੀ ਐਸੋਸੀਏਸ਼ਨ ਦਾ ਸਦੱਸਿਆ ਹੋਣ 'ਤੇ ਪ੍ਰਾਪਤ ਲਾਭ, ਪ੍ਰੋਫਿਟ ਰਿਸੀਵ ਐਜ਼ ਮੈਂਬਰ ਆਫ ਐਨ ਐਸੋਸੀਏਸ਼ਨ ਆਫ ਪਰਸਨ।
ਸਾਂਝੇਦਾਰੀ ਫਰਮ ਤੋਂ ਪ੍ਰਾਪਤ ਲਾਭ, ਪ੍ਰੋਫਿਟ ਰਿਸੀਵ ਐਜ਼ ਪਾਰਟਨਰ ਆਫ ਏ ਫਰਮ, ਉਪਰੋਕਤ ਸਾਰੀਆਂ ਆਮਦਨਾਂ, ਉਪਰੋਕਤ ਸਾਰੀਆਂ ਆਮਦਨਾਂ। ਸੋ ਇਹਦਾ ਆਪਸ਼ਨ ਆ ਉਪਰੋਕਤ ਸਾਰੀਆਂ ਆਮਦਨਾਂ, ਇਹਨੂੰ ਇੱਕ ਵਿਅਕਤੀ ਦੀ ਆਮਦਨ ਵਿੱਚ ਸ਼ਾਮਿਲ ਕੀਤਾ ਜਾਂਦਾ ਵਾ। ਇੱਕ ਵਿਅਕਤੀ ਦੀ ਕਰ ਨਿਰਧਾਰਨ ਸਮੇਂ ਹੇਠ ਲਿਖੀਆਂ ਆਮਦਨਾਂ ਵਿੱਚੋਂ ਕਿਹੜੀ ਆਮਦਨ ਸ਼ਾਮਿਲ ਨਹੀਂ ਕੀਤੀ ਜਾਂਦੀ? ਵਿਚ ਇਨਕਮ ਇਜ਼ ਨੋਟ ਇਨਕਲੂਡਡ ਇਨ ਦਾ ਇਨਕਮ ਆਫ ਏ ਪਰਸਨ ਵੈਨ ਡਿਟਰਮਾਈਨਿੰਗ ਹਿਜ਼ ਟੈਕਸ ਲਾਇਬਿਲਿਟੀ। ਨਾਬਾਲਗ ਦੀ ਆਮਦਨ ਤਾਂ ਕੀਤੀ ਜਾਂਦੀ ਆ। ਬਿਨਾਂ ਉਚਿਤ ਪ੍ਰਤੀਫਲ ਦੇ ਬਦਲੀ ਆਮਦਨ B 60 to 64 ਦੇ ਅਕੋਰਡਿੰਗਲੀ ਕੀਤੀ ਜਾਂਦੀ ਆ। ਯਾਨੀ ਮਾਈਨਰ ਦੀ ਇਨਕਮ ਵਿਦਾਊਟ ਪ੍ਰੋਪਰ ਕਨਸੀਡਰੇਸ਼ਨ ਟਰਾਂਸਫਰ, ਦੈਨ ਸੰਪੱਤੀ ਦੀ ਬਦਲੀ ਕੀਤੇ ਬਿਨਾਂ ਬਦਲੀ ਆਮਦਨ, ਟਰਾਂਸਫਰ ਆਫ ਇਨਕਮ ਵਿਦਾਊਟ ਟਰਾਂਸਫਰਿੰਗ ਐਸਟ, ਇਹ ਤਿੰਨੇ ਇਨਕਲੂਡ ਕੀਤੀਆਂ ਜਾਂਦੀਆਂ। ਸਾਂਝੇਦਾਰੀ ਫਰਮ ਜਿਸ ਦਾ ਕਰ ਨਿਰਧਾਰਨ 185 ਦੇ ਅਨੁਸਾਰ ਹੁੰਦਾ ਹੈ। ਪਾਰਟਨਰਸ਼ਿਪ ਫਰਮ ਵਿਚ ਇਜ਼ ਟੈਕਸੇਬਲ ਅੰਡਰ ਸੈਕਸ਼ਨ 185 ਤੋਂ ਪ੍ਰਾਪਤ ਤਨਖਾਹ, ਸੈਲਰੀ ਰਿਸੀਵ ਫਰੋਮ ਪਾਰਟਨਰਸ਼ਿਪ ਫਰਮ ਵਿਚ ਇਜ਼ ਅਸੈਸਡ ਅੰਡਰ 185 ਸੈਕਸ਼ਨ, ਇਹ ਨਹੀਂ ਇਨਕਲੂਡ ਕੀਤੀ ਜਾਂਦੀ, 84 ਵਾਲੀ ਇਨਕਲੂਡ ਕੀਤੀ ਜਾਂਦੀ ਹੈ। AOP ਨਾਲ ਸੰਬੰਧਿਤ ਧਾਰਾ ਕਿਹੜੀ ਹੈ? ਸੈਕਸ਼ਨ ਰਿਲੇਟਡ ਟੂ AOP, ਐਸੋਸੀਏਸ਼ਨ ਆਫ ਪਰਸਨ ਨਾਲ 86 ਧਾਰਾ ਰਿਲੇਟਡ ਹੁੰਦੀ ਆ। ਸੋ ਬਾਕੀ ਆਪਾਂ ਕਰ ਲੈਂਦੇ ਹਾਂ। ਜਿਹੜੀ 184 ਅਤੇ 85 ਹੈ ਪਾਰਟਨਰਸ਼ਿਪ ਨਾਲ ਰਿਲੇਟਡ ਹੁੰਦੀ ਆ। 189 ਪੈਨਸ਼ਨ ਅਤੇ ਸੈਲਰੀ ਦੇ ਬਕਾਏ ਨਾਲ ਹੁੰਦੀ ਹੈ। ਤਾਂ ਜਿਹੜੀ ਸੈਕਸ਼ਨ 60 to 64 ਆ, ਇਹ ਇੱਕ ਇੰਡੀਵਿਜੂਅਲ ਦੇ ਵਿੱਚ ਇਨਕਮ ਦੇ ਵਿੱਚ ਦੂਜੇ ਪਰਸਨ ਦੀ ਇਨਕਮ ਜਦੋਂ ਸ਼ਾਮਿਲ ਕੀਤੀ ਜਾਂਦੀ ਉਹਦੇ ਨਾਲ ਰਿਲੇਟਡ ਆ। ਸਾਂਝੇਦਾਰੀ ਨਾਲ ਸੰਬੰਧਿਤ ਧਾਰਾ ਕਿਹੜੀ ਆਪਾਂ ਉੱਪਰ ਕੀਤਾ ਵਾ 184 ਐਂਡ 85 ਜਿਹੜੀ ਆ ਉਹ ਪਾਰਟਨਰਸ਼ਿਪ ਨਾਲ ਰਿਲੇਟਡ ਸੈਕਸ਼ਨ ਹੈਗੇ ਆ। ਅਤੇ 86 AOP ਨਾਲ ਆ, 89 ਪੈਨਸ਼ਨ ਅਤੇ ਸੈਲਰੀ ਦੇ ਬਕਾਏ ਨਾਲ ਆ, 60 to 64 ਇੱਕ ਇੰਡੀਵਿਜੂਅਲ ਦੀ ਇਨਕਮ 'ਚ ਦੂਜੇ ਪਰਸਨ ਦੀ ਇਨਕਮ ਨਾਲ ਰਿਲੇਟਡ ਹੈ। ਨੈਕਸਟ ਤਨਖਾਹ ਅਤੇ ਪੈਨਸ਼ਨ ਦੇ ਬਕਾਏ ਨਾਲ ਸੰਬੰਧਿਤ ਧਾਰਾ ਕਿਹੜੀ ਆ? ਸੋ ਇਹਦਾ ਆਨਸਰ ਆ 89। ਠੀਕ ਹੈ, 86 AOP ਨਾਲ, 84 ਅਤੇ 85 ਪਾਰਟਨਰਸ਼ਿਪ ਨਾਲ, 60 to 64 ਇੰਡੀਵਿਜੂਅਲ ਦੀ ਇਨਕਮ ਦੇ ਵਿੱਚ ਦੂਜੇ ਪਰਸਨ ਦੀ ਇਨਕਮ ਨਾਲ। ਨੈਕਸਟ ਹੈਗਾ 40th ਕੁਐਸਚਨ, ਸ਼ੇਅਰਾਂ ਅੰਸ਼ ਪੂੰਜੀ ਤੋਂ ਪ੍ਰਾਪਤ ਲੰਬੇ ਸਮੇਂ ਦੀ ਆਮਦਨ ਕਿੰਨੀ ਆਮਦਨ ਤੱਕ ਕਰ ਮੁਕਤ ਹੁੰਦੀ ਹੈ? ਸ਼ੇਅਰਾਂ ਤੋਂ ਪ੍ਰਾਪਤ ਲੌਂਗ ਟਰਮ ਕੈਪੀਟਲ ਗੇਨ ਇਨ ਐਗਜ਼ੈਂਪਟਡ ਅਪ ਟੂ, ਸੋ ਆਨਸਰ ਹੈਗਾ 1 ਲੱਖ, 1 ਲੱਖ ਰੁਪਏ ਤੱਕ ਐਗਜ਼ੈਂਪਟ ਹੁੰਦਾ ਵਾ। ਨੈਕਸਟ ਹੈਗਾ ਤੁਹਾਡੇ ਕੋਲ ਲੋਟਰੀ ਤੋਂ ਪ੍ਰਾਪਤ ਆਮਦਨ ਅਤੇ ਆਮਦਨ ਕਿੰਨੀ ਆ? ਇਨਕਮ ਰਿਸੀਵਡ ਫਰੋਮ ਲੋਟਰੀ, ਸੋ ਇਟ ਇਜ਼ ਟੈਕਸੇਬਲ ਐਟ ਦਾ ਰੇਟ 30%। ਨੈਕਸਟ ਸ਼ੇਅਰਾਂ ਤੋਂ ਪ੍ਰਾਪਤ ਲੰਬੇ ਸਮੇਂ ਦੇ ਲਾਭ ਤੇ ਕਰ ਦੀ ਦਰ ਕਿੰਨੀ ਹੈ? ਵਟ ਇਜ਼ ਦਾ ਰੇਟ ਆਫ ਟੈਕਸ ਫਰੋਮ ਲੌਂਗ ਟਰਮ ਕੈਪੀਟਲ ਗੇਨ ਫਰੋਮ ਸ਼ੇਅਰ ਕੈਪੀਟਲ, ਸੋ ਇਹਦਾ ਆਨਸਰ ਹੈਗਾ 10%। 10% ਟੈਕਸ ਲੱਗਦਾ ਜਿਹੜੇ ਸ਼ੇਅਰਾਂ ਤੋਂ ਲੌਂਗ ਟਰਮ ਕੈਪੀਟਲ ਗੇਨ ਹੁੰਦਾ ਹੈ। ਨੈਕਸਟ ਹੈਗਾ ਸ਼ੇਅਰ ਅੰਸ਼ ਪੂੰਜੀ ਤੋਂ ਪ੍ਰਾਪਤ ਥੋੜ੍ਹੇ ਸਮੇਂ ਦੇ ਲਾਭ ਤੇ ਕਰ ਦੀ ਦਰ ਕਿੰਨੀ ਹੈ? ਵਟ ਇਜ਼ ਰੇਟ ਆਫ ਟੈਕਸ ਫੋਰ ਸ਼ੋਰਟ ਟਰਮ ਕੈਪੀਟਲ ਗੇਨ ਔਨ ਸੇਲ ਆਫ ਸ਼ੇਅਰ, ਸ਼ੋਰਟ ਟਰਮ ਕੈਪੀਟਲ ਗੇਨ 'ਤੇ ਟੈਕਸ ਦੀ ਦਰ ਹੁੰਦੀ ਆ, ਸੋ ਆਨਸਰ ਹੈਗਾ 15%। ਲੰਬੇ ਸਮੇਂ ਦੇ ਪੂੰਜੀ ਲਾਭ ਸ਼ੇਅਰਾਂ ਤੋਂ ਬਗੈਰ ਤੇ ਕਰ ਦੀ ਦਰ ਕਿੰਨੀ ਆ? ਵਟ ਇਜ਼ ਦਾ ਰੇਟ ਆਫ ਟੈਕਸ ਔਨ ਲੌਂਗ ਟਰਮ ਕੈਪੀਟਲ ਗੇਨ ਅਦਰ ਦੈਨ ਸ਼ੇਅਰਸ, ਸ਼ੇਅਰਾਂ ਤੋਂ ਇਲਾਵਾ ਜਿਹੜਾ ਲੌਂਗ ਟਰਮ ਕੈਪੀਟਲ ਗੇਨ ਹੁੰਦਾ ਉਹ 'ਤੇ ਟੈਕਸ ਦੀ ਦਰ ਹੁੰਦੀ ਆ 20%। ਨੈਕਸਟ ਆ ਗਿਆ ਲਾਸਟ ਕੁਐਸਚਨ 45 ਕੁਐਸਚਨ, ਧਾਰਾ 86 ਅਨੁਸਾਰ ਰਿਬੇਟ ਗਰਾਤ ਕਰਨ ਲਈ ਸੂਤਰ ਹੈ। ਰਿਬੇਟ ਕਿਹੜੇ ਫਾਰਮੂਲੇ ਦੇ ਅਕੋਰਡਿੰਗਲੀ ਕੈਲਕੂਲੇਟ ਕੀਤੀ ਜਾਂਦੀ ਆ? ਉਹ ਵਿਚ ਮੈਥਡ ਇਜ਼ ਯੂਜ਼ ਟੂ ਕੈਲਕੂਲੇਟ ਰਿਬੇਟ ਅੰਡਰ 86? ਸੋ ਫਸਟ ਹੈਗਾ ਰਿਬੇਟ ਇਜ਼ ਇਕੁਅਲ ਟੂ ਮੈਂਬਰ ਦੀ ਕੁੱਲ ਆਮਦਨ ਤੇ ਕਰ, ਟੋਟਲ ਟੈਕਸ ਔਨ ਮੈਂਬਰਸ ਟੋਟਲ ਇਨਕਮ ਇਨਟੂ ਇਨਕਮ ਰਿਸੀਵਡ ਫਰੋਮ AOP ਡਿਵਾਈਡਡ ਬਾਏ ਟੋਟਲ ਇਨਕਮ ਆਫ ਮੈਂਬਰ। ਸੋ ਇਹੀ ਸਹੀ ਆ ਫਸਟ ਵਨ, ਇਹ ਫਾਰਮੂਲਾ ਹੁੰਦਾ ਜਿਹਦੇ ਅਕੋਰਡਿੰਗਲੀ ਟੈਕਸ ਕੈਲਕੂਲੇਟ ਕੀਤਾ ਜਾਂਦਾ ਵਾ, ਟੈਕਸ ਕੈਲਕੂਲੇਟ ਕੀਤਾ ਜਾਂਦਾ ਵਾ। ਸੋ ਇਹ ਸੀਗੇ 45 ਕੁਐਸਚਨ ਆਪਣਾ 3rd ਸੈਂਪਲ ਪੇਪਰ। ਸੋ ਸਾਰੇ ਕੁਐਸਚਨਸ ਆਪਣੇ ਅਕੋਰਡਿੰਗਲੀ ਤਾਂ ਇਹਦੇ ਸਹੀ ਆਨਸਰ ਹੀ ਲਗਾਏ ਗਏ ਆ, ਪਰ ਜੇ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਆ ਉਹ ਕਮੈਂਟ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ ਵਾ। ਸੋ ਨੈਕਸਟ ਸੈਂਪਲ ਪੇਪਰ ਆਪਾਂ ਸੋਲਵ ਕਰਾਂਗੇ, ਸੈਂਪਲ ਪੇਪਰ ਨੰਬਰ 4। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜਦੋਂ ਵੀਡੀਓ ਵਧੇ ਨਾਲ ਹੀ ਉਹਦੀ ਪਤਾ ਲੱਗ ਜੇ ਜਾਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ। ਥੈਂਕ ਯੂ ਫॉर ਵਾਚਿੰਗ।